ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਗ ਬਿਲਾਵਲ ਮਹਲਾ ਪੰਜਵਾਂ। ਘਰ ਚੌਥਾ ਦੁਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਕਵਨ ਸੰਜੋਗ ਮਿਲੋਂ ਪ੍ਰਭ ਆਪਣੇ, ਪਲ ਪਲ ਨਿਮਕ ਸਦਾ ਹਰ ਜਪਨੇ। ਕਵਨ ਸੰਜੋਗ ਮਿਲੋਂ ਪ੍ਰਭ ਆਪਣੇ, ਪਲ ਪਲ ਨਿਮਕ ਸਦਾ ਹਰ ਜਪਨੇ। ਚਰਨ ਕਮਲ ਪ੍ਰਭ ਕੇ ਨਿਤ ਧਿਆਵੋ, ਕਵਨ ਸਮਤ ਜਿਤ ਪ੍ਰੀਤਮ ਪਾਵੋ। ਰਹਾਉ ਐਸੀ ਕਿਰਪਾ ਕਰੋ ਪ੍ਰਭ ਮੇਰੇ, ਹਰਿ ਨਾਨਕ ਬਿਸਰ ਨਾ ਕਾਹੂੰ ਬੇਰੇ। ਐਸੀ ਕਿਰਪਾ ਕਰੋ ਪ੍ਰਭ ਮੇਰੇ, ਹਰਿ ਨਾਨਕ ਬਿਸਰ ਨ ਕਾਹੂੰ ਬੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼। ਸ਼ਾਮ ਸਮੇਂ ਸੰਗਤ ਦੀਆਂ ਘੜੀਆਂ, ਸੰਗਤ ਦੇ ਪਲ ਸਾਨੂੰ ਪ੍ਰਾਪਤ ਹੋਏ ਨੇ। ਗੁਰੂ ਦਰਬਾਰ ਵਿੱਚ ਹਾਜ਼ਰੀਨ ਹੋਏ ਹੋਇਆ ਘਰਾਂ ਥਾਵਾਂ ਤੋਂ ਗੁਰ ਸ਼ਬਦ ਦੀ ਆਭਾ ਨੂੰ ਮੰਡ ਰਹੇ ਹੋ, ਵਡਭਾਗੀ ਹੋ। ਸਮਾਂ ਨਵੰਬਰ ਦਾ ਪਹਿਲਾ ਹਫ਼ਤਾ ਹੈ। 1984 ਸਿੱਖ ਜੈਨੋਸਾਈਡ। ਲਿਟਰਲੀ ਤੌਰ 'ਤੇ ਅੱਜ ਤੋਂ 35-36 ਸਾਲ ਪਹਿਲਾਂ ਇਹ ਸਭ ਕੁਛ ਇਸ ਧਰਤੀ ਦੇ ਉੱਤੇ ਆਲਮੋਸਟ ਇਸੇ ਜਨਰੇਸ਼ਨ ਨੇ ਵੇਖਿਆ। ਸ਼ਹਿਰਾਂ, ਪਿੰਡਾਂ, ਥਾਵਾਂ ਤੋਂ ਸ਼ਰੇਆਮ ਲੋਕਾਂ ਨੂੰ ਕੱਢਿਆ, ਮਾਰਿਆ, ਕਤਲ ਕੀਤਾ। ਰੀਜ਼ਨ ਸਿਰਫ ਇੰਨਾ ਕਿ ਉਹ ਸਿੱਖ ਨੇ, ਬਸ, ਹੋਰ ਕੁਛ ਨਹੀਂ। ਇਹ ਸਾਰੇ ਨੂੰ ਅਸੀਂ ਯਾਦ ਕਰਦੇ ਹਾਂ। ਉਹਨਾਂ ਆਪਣੇ ਸ਼ਹੀਦਾਂ ਨੂੰ, ਆਪਣੇ ਉਸ ਕੌਮੀ ਘਰ ਦੇ ਮੈਂਬਰਸ ਨੂੰ ਅਸੀਂ ਅਹਿਸਾਸਦੇ ਹਾਂ, ਉਹਨਾਂ ਪਰਿਵਾਰਾਂ ਦੇ ਦੁੱਖ ਨੂੰ, ਦਰਦ ਨੂੰ, ਵੇਦਨ ਨੂੰ। ਤੇ ਨਾਲ ਦੀ ਨਾਲ ਲਾਹਨਤ ਭੇਜਦੇ ਹਾਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਕਾਵਰਡ ਐਕਟ ਕੀਤਾ ਮਨੁੱਖਤਾ ਦੇ ਖਿਲਾਫ। ਸੋ ਆਓ ਉਹਨਾਂ ਸ਼ਹੀਦਾਂ ਨੂੰ ਟ੍ਰਿਬਿਊਟ ਕਰਦਿਆਂ ਹੋਇਆਂ ਅਸੀਂ ਦੀਵਾਨ ਸ਼ੁਰੂ ਕਰੀਏ। ਜੋ ਗੁਰਬਾਣੀ ਦੀ ਵਿਆਖਿਆ ਹੋ ਰਹੀ ਹੈ, ਇਸ ਵਿੱਚ ਰਾਗ ਬਿਲਾਵਲ ਚੱਲ ਰਿਹਾ ਹੈ। ਗੁਰੂ ਅਰਜਨ ਪਾਤਸ਼ਾਹ ਜੀ ਦਾ ਪਾਵਨ ਸੰਦੇਸ਼ ਹੈ। ਵਿਚਾਰਤ ਵਿੱਚ ਇਹ ਸ਼ਬਦ ਅਸੀਂ ਸਰਵਨ ਕੀਤਾ ਹੈ। ਆਗਾਜ਼ ਸਿਰਨਾਵੇਂ ਦੇ ਵਿਆਖਿਆਨ ਤੋਂ ਜਾਂ ਦੀ ਵਿਵੇਚਨਾ ਤੋਂ ਹੀ ਕਰਦੇ ਹਾਂ। ਗੁਰਦੇਵ ਜੋ ਜ਼ਿਕਰ ਕਰ ਰਹੇ ਨੇ, ਰਾਗ ਬਿਲਾਵਲ ਮਹਲਾ ਪੰਜਵਾਂ, ਘਰ ਚੌਥਾ ਦੁਪਦੇ। ਬਿਲਾਵਲ ਰਾਗ ਵਿੱਚ ਗੁਰੂ ਅਰਜਨ ਸਾਹਿਬ ਇਸ ਪਾਵਨ ਬਚਨ ਨੂੰ ਉਚਾਰ ਰਹੇ ਨੇ। ਘਰ ਚੌਥਾ, ਜਿਵੇਂ ਕਿ ਆਪ ਵਾਕਫੀਅਤ ਰੱਖਦੇ ਹੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜੇ ਅਸੀਂ ਕੈਟੇਗਰਾਈਜ਼ ਕਰੀਏ, even though there are so many areas where we can actually differentiate the whole Bani, but two actually perfect categories are ਰਾਗ ਸਹਿਤ ਤੇ ਰਾਗ ਰਹਿਤ। ਕੁਝ ਬਾਣੀ ਰਾਗ ਸਹਿਤ ਹੈ, ਵੱਡਾ ਹਿੱਸਾ। ਥੋੜ੍ਹੀ ਜਿਹੀ ਬਾਣੀ ਰਾਗ ਰਹਿਤ ਹੈ। ਜਿਹੜੀ ਰਾਗ ਸਹਿਤ ਹੈ ਉਹ ਇੱਕ ਮਿਊਜ਼ੀਕਲ ਰਚਨਾ ਆ। ਅਤੇ ਮਿਊਜ਼ੀਕਲ ਰਚਨਾ ਦੇ ਵਿੱਚ ਜਦੋਂ ਮਿਊਜ਼ਿਕ ਨੂੰ ਅਸੀਂ ਹੋਂਦ 'ਚ ਲਿਆਉਂਦੇ ਹਾਂ, ਉਹਦੇ ਵਿੱਚ ਵੀ ਐਟਲੀਸਟ ਦੋ ਸ਼ਰਤਾਂ ਪੂਰੀਆਂ ਹੋਣੀਆਂ ਜ਼ਰੂਰੀ ਹੁੰਦੀਆਂ ਨੇ। ਇੱਕ,
ਜਿਸ ਨੂੰ ਅਸੀਂ ਮੈਲੋਡੀਅਸ ਨੋਟਸ ਕਹਿੰਦੇ ਆ, ਸੁਰ। ਦੂਸਰੀ ਰਿਦਮ, ਜਿਹਨੂੰ ਅਸੀਂ ਥਾਪਾਂ ਕਹਿੰਦੇ ਆ, ਤਾਲ। ਜੇ ਪ੍ਰੋਪਰ ਮੈਲੋਡੀਅਸ ਨੋਟਸ ਵਿੱਚ, ਐਂਡ ਸੈਕਿੰਡ ਥਿੰਗ ਪ੍ਰੋਪਰ ਤਰੀਕੇ ਦੇ ਨਾਲ ਜੋ ਤਾਲਾਂ ਦੇ ਵਿੱਚ ਚੀਜ਼ਾਂ ਨੂੰ ਗਾਇਆ ਜਾਏ, ਸੁਰ ਮੁਜ਼ਬ ਅਤੇ ਤਾਲ ਮੁਜ਼ਬ, ਡੈਫੀਨੇਟਲੀ ਉਹ ਬਹੁਤ ਉਮਦਾ ਸੰਗੀਤ ਪੈਦਾ ਕਰਦੀ ਹੈ। ਗੁਰੂ ਸਾਹਿਬ ਨੇ ਜਦੋਂ ਰਾਗਾਂ ਦੀ ਬਣਤਰ ਸਾਨੂੰ ਦਰਜ ਕਰਵਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ, ਅਤੇ ਉਹਦੇ ਅੰਦਰ ਸਾਹਿਬ ਨੇ ਜਿੱਥੇ ਸੁਰ ਮੁਜ਼ਬ ਰਾਗਾਂ ਦੀ ਬਾਤ ਕੀਤੀ, ਤਾਲ ਮੁਜ਼ਬ, ਥਾਪ ਮੁਜ਼ਬ ਘਰ ਦੀ ਬਾਤ ਕੀਤੀ ਹੈ। ਸੋ ਜਿੱਥੇ ਇਸ ਸ਼ਬਦ ਨੂੰ ਸੁਰਾਂ ਦੇ ਪੱਖ ਤੋਂ ਬਿਲਾਵਲ 'ਚ ਗਾਣਾ ਹੈ, ਉੱਥੇ ਹੀ ਤਾਲ ਦੇ ਪਰਿਪੇਖ ਵਿੱਚ ਘਰ ਚੌਥੇ ਨੂੰ ਪ੍ਰਯੋਗ ਵਿੱਚ ਰੱਖਣਾ ਹੈ। ਦੂਪਦੇ ਬੀਤੇ ਜੋ ਸ਼ਬਦ ਵਿਚਾਰ ਰਹੇ ਸੀ, ਉਹ ਚੌਪਦੇ ਸੀਗੇ, ਭਾਵ 4 ਪਹਿਰਿਆਂ ਵਾਲੀ ਨਚਲੀ the Shabad's hymns which are carrying at least 4 stanzas. But here we're gonna enjoy only 2 stanzas. ਸਿਰਫ 2 ਹੀ ਉਹਦੇ 'ਚ ਪੈਰੇ ਹੋਣਗੇ। ਇਸ ਕਰਕੇ 2 ਮਿਨ 2 ਪਦੇ ਮਿਨ ਪੈਰੇ ਹਿੱਸੇ ਉਹਦੇ। ਅੱਗੇ ਇਸ਼ਟ ਦਾ ਮੰਗਲ ਹੈ, ਮੂਲ ਮੰਤਰ ਦਾ ਸੰਕਸ਼ਿਪਤ ਸਰੂਪ, ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੈਂਕੜੇ ਵਾਰ ਦੁਹਰਾਇਆ ਗਿਆ ਹੈ, ਅਤੇ ਜਿਹਦੀ ਵਿਆਖਿਆ ਅਕਸਰ ਅਸੀਂ ਕਰਦੇ ਹਾਂ ਟਾਈਮ ਟੂ ਟਾਈਮ। ਮੰਗਲ ਦਾ ਬਚਨ ਹੈ, ਵਿਵੇਚਨਾ ਬਣਦੀ ਹੈ। ਇੱਕ ਦਾ ਮਤਲਬ ਵਾਹਿਦਿਕ, ਓਨਲੀ ਐਂਡ ਓਨਲੀ ਵਨ। ਰੱਬ 2 4 10 15 50 100 ਨਹੀਂ ਹੈ, ਉਹ ਤਾਂ ਇੱਕ ਹੀ ਹੈ। ਉਸ ਇੱਕ ਦਾ ਰੂਪ ਸਰੂਪ ਓਂਕਾਰ ਹੈ, ਅਵਿਥ ਇੱਕ ਰਸ ਸਰਵ ਵਿਆਪੀ ਹੈ, ਭਾਵ ਜੋ ਲਗਾਤਾਰਤਾ ਦੇ ਨਾਲ ਓਮਨੀ ਪ੍ਰੈਜ਼ੈਂਸ ਆਪਣੀ ਰੱਖਦਾ ਹੈ, ਉਹ ਐਗਜ਼ਿਸਟੈਂਸ ਇੱਕ ਹੈ, ਉਹ ਓਂਕਾਰ ਹੈ। ਸੋ ਉਸ ਓਂਕਾਰ ਨਾਲ ਜੋ ਕਿ ਸਰਵਸਵ ਸਭ ਕਾਸੇ 'ਚ ਵਿਦਮਾਨ ਹੈ, ਆਪ ਖਾਕ ਧਰਤੀ ਪੁਲਾੜ ਜੀਆ ਜੰਤ ਪਸ਼ੂ ਪੰਛੀ ਮਨੁੱਖ, ਜੋ ਕੁਝ ਦਿਸਦਾ ਅਣਦਿਸਦਾ ਸਭ ਉਹਦੇ ਵਿੱਚੋਂ ਆਇਆ, ਉਹਦੇ ਵਿੱਚ ਅਮਾਏਗਾ, ਉਹ ਓਂਕਾਰ। ਉਹਦੀ ਸਿੱਧੀ ਦਾ ਮਤਲਬ ਇਹ ਹੈ ਅਸੀਂ ਸੁਰਤ ਦੇ ਲੈਵਲ ਤੋਂ ਉਹਨੂੰ ਕਿਵੇਂ ਮਾਣੀਏ, ਕਿਉਂਕਿ ਅਸੀਂ ਤਾਂ ਉਹਦੇ ਵਿੱਚੋਂ ਆਏ, ਉਹਦੇ ਵਿੱਚ ਹੀ ਅਮਾ ਜਾਣਾ, ਉਹਦਾ ਰੂਪ ਹੀ ਆ। ਉਸੇ ਓਂਕਾਰ ਨੇ ਆਕਾਰ ਵਟਾਇਆ ਸਾਰਾ, ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਓਂਕਾਰ ਆਕਾਰ ਕਰ, ਏਕ ਕਵਾਓ ਪਸਾਓ ਪਸਾਰਾ, ਪੰਚ ਤੱਤ ਪ੍ਰਵਾਨ ਕਰ, ਕਟ ਕਟ ਅੰਤਰ ਤ੍ਰਿਭਵਨ ਸਾਰਾ। ਉਹੀ ਓਂਕਾਰ 5 ਤੱਤ ਹੋ ਗਿਆ। ਉਹਨਾਂ 5 ਤੱਤਾਂ 'ਚ ਜੀਵਨ ਰਵ ਗਿਆ, ਉਹਨਾਂ 5 ਤੱਤਾਂ 'ਚ ਸਾਰੀ ਕੁਦਰਤ ਸਿਰਜੀ ਗਈ। ਸੋ ਕਿਹਾ ਗਿਆ ਕਿ ਉਹ 5 ਤੱਤ ਕਰ, ਉਸਨੇ ਸਾਰੇ ਦਾ ਸਾਰਾ ਇਹ ਜਿਹੜਾ ਹੈਗਾ ਪਸਾਰ ਦਿੱਤਾ ਉਸ ਰੂਪ ਦੇ ਅੰਦਰ। ਸੋ ਇਹਦੇ ਬਾਬਤ ਅਸੀਂ ਅਵੇਅਰ ਕਿਵੇਂ ਹੋਈਏ, ਸਾਨੂੰ ਕਿਵੇਂ ਅਹਿਸਾਸ ਰਹੇ ਕਿ ਇਹਨਾਂ 5 ਤੱਤਾਂ ਦੇ ਪਿੱਛੇ ਰਵਣ ਵਾਲੀ ਸ਼ਕਤੀ ਉਹ ਆਪ ਹੀ ਹੈ। ਮੈਂ, ਤੂੰ, ਹੋਰ, ਤੀਸਰਾ, ਚੌਥਾ, ਪੰਜਵਾਂ, ਹਰ ਸ਼ਖਸ ਉਹਦਾ ਹੀ ਹੈ, ਉਹਦਾ ਹੀ ਸਿਰਜਿਆ ਹੋਇਆ ਹੈ, ਉਹਦੇ ਵਿੱਚ ਉਹਦੀ ਹੀ ਲੋ ਬੈਠੀ ਹੈ। ਜਿਵੇਂ ਅਸੀਂ ਬਚਨ ਪੜ੍ਹਦੇ ਹਾਂ, ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ, या अव्वल अल्लाह नूर उपाया कुदरत के सब बंदे, एक नूर ते सब जग उपजा, कौन भले को मंदे। ये किवें एहसास होए कि उस करतार ने माटी एक अनक भांत कर साजी, साजण हारे। अनेकां भांतां दे साजे हुए ये चेहरे मोहरे कद काठ रूप रंग, उस एक मिट्टी ने ते एक सिरजनहार दे ने। सो ये रूप एहसास किवें होए? सब कहंदे उहदे लई सतगुर प्रसाद, सच्चे गुरु दी बख्शिश नवाजिश। ਉਹ ਗੁਰੂ ਜਿਹੜਾ ਉਸ ਕਰਤਾਰੀ ਹਸਤੀ ਨੂੰ ਹੀ ਇੱਥੇ ਰਿਪਰੈਜ਼ੈਂਟ ਕਰਦਾ ਆ, ਅਤੇ ਉਹਦੇ ਨਾਲ ਸਾਡੀ ਸਾਂਝ ਬਣੇ, ਅਤੇ ਉਹਦੇ ਵਿੱਚੋਂ ਸਾਨੂੰ ਇੱਕ ਗਿਆਨ ਆ ਜਾਏ, ਸੁਰਤ ਆ ਜਾਏ, ਸਮਝ ਆ ਜਾਏ, ਜਿਸ ਨੂੰ ਅਸੀਂ ਜੀਵਨ ਦੇ ਅਮਲ ਵਿੱਚ ਅਪਲਾਈ ਕਰਕੇ ਉਸ ਓਂਕਾਰ ਦੇ ਨਾਲ ਅਵੇਅਰ ਹੋ ਕੇ, ਮਤਲਬ ਜਾਗਰਤ ਅਵਸਥਾ ਦੇ ਵਿੱਚ ਸਾਂਝ ਬਣਾ ਲਈਏ। ਸੋ ਇਹ ਸਾਡਾ ਮੇਨ ਮਕਸਦ ਆ ਜੀਵਨ ਦਾ, ਅਕੋਰਡਿੰਗ ਟੂ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਸ ਨੂੰ ਮਹਾਰਾਜ ਨੇ ਮੂਲ ਮੰਤਰ ਦੇ ਮੰਗਲ ਦੇ ਇਸ ਪਾਵਨ ਪੈਕੇਜ ਵਿੱਚ ਪਾਇਆ ਹੈ। ਅੱਗੇ ਬਚਨ ਪ੍ਰਾਰੰਭ ਕਰਦੇ ਹਾਂ। ਜਿਵੇਂ ਪਹਿਲੇ ਬੇਨਤੀ ਕੀਤੀ ਕਿ 2 ਪਦਿਆਂ ਦਾ ਵਾਕ ਹੈ, ਬਹੁਤ ਛੋਟਕਾਰੀ ਪੰਕਤੀਆਂ ਨੇ, 2 ਪਦੇ ਵਿਆਖਿਆ 'ਚ ਨੇ, 1 ਪਦੇ 'ਚ ਮੁੱਖ ਸੰਦੇਸ਼ ਹੈ। ਸੋ ਟੋਟਲ ਅਰਾਊਂਡ ਬਹੁਤ ਛੋਟਕਾਰੀ 6 ਲਾਈਨਸ ਬਣਦੀਆਂ ਨੇ। ਬਚਨ ਪ੍ਰਾਰੰਭ ਕਰ ਰਹੇ ਹਾਂ। ਚਰਨ ਕਮਲ ਪ੍ਰਭ ਕੇ ਨਿਤ ਧਿਆਵੋ, ਕਵਣ ਸੁਮਤ ਜਿਤ ਪ੍ਰੀਤਮ ਪਾਵੋ। ਰਹਾਓ। ਚਰਨ ਕਮਲ ਪ੍ਰਭ ਕੇ ਨਿਤ ਧਿਆਵੋ। ਚਰਨ ਕਮਲ ਤੇ ਉਹ ਵੀ ਪ੍ਰਭੂ ਦੇ। ਬੀਤੇ 'ਚ ਸ਼ਾਇਦ 1 ਰੋਜ਼ ਜਾਂ 2 ਰੋਜ਼ ਪਹਿਲਾਂ ਅਸੀਂ ਜੋ ਹੈ
ਵਿਚਾਰ ਰਹੇ ਸੀਗੇ ਕਿ ਉਸ ਹਰੀ ਦੇ ਜੋ ਚਰਨ ਨੇ ਉਹਨਾਂ ਨੂੰ ਹਿਰਦੇ 'ਚ ਵਸਾਉਣਾ ਹੈ। ਇਸ ਬਾਬਤ ਅਸੀਂ ਹੁਕਮਨਾਮੇ ਦੀ ਵਿਚਾਰ ਕਰ ਰਹੇ ਸੀਗੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨੂੰ ਹਿਰਦੈ ਉਤਾਰ ਕਰਨਾ ਹੈ ਅਸੀਂ। ਉਹਦੇ ਵਿੱਚ ਬੜੀ ਡਿਟੇਲਡ ਬਾਤ ਹੋਈ ਕਿ ਮੈਟਾਫੋਰ ਆ, ਮੈਟਾਫੋਰਿਕ ਵੇ ਨਾਲ ਗੱਲਾਂ ਲਿਖੀਆਂ ਗਈਆਂ ਨੇ। ਗੁਰੂ ਗ੍ਰੰਥ ਸਾਹਿਬ ਦਾ ਵੱਡਾ ਹਿੱਸਾ ਰੂਪਕ ਸੁਰਜੀਤ ਕਰਦਾ ਹੈ, ਮੈਟਾਫੋਰ ਨੂੰ ਪ੍ਰੈਜ਼ੈਂਟ ਕਰਦਾ ਆ। ਲਿਟਰਲੀ ਤੌਰ 'ਤੇ ਜੇ ਇਹਨਾਂ ਨੂੰ ਲਵਾਂਗੇ ਤਾਂ ਇਹਦੇ 'ਚ ਬਾਤ ਸਮਝ ਨਹੀਂ ਆਵੇਗੀ। ਜਿਵੇਂ ਸਪੋਜ਼ ਕਰੋ ਅਸੀਂ ਇੰਗਲਿਸ਼ ਲੈਂਗੁਏਜ ਦੀ ਗੱਲ ਕਰੀਏ, ਅੱਜ ਡੋਮੀਨੇਟਿੰਗ ਭਾਸ਼ਾ ਆ ਸਾਰੀ ਦੁਨੀਆ ਦੇ ਵਿੱਚ, ਅਤੇ ਜੋ ਜਿਨ੍ਹਾਂ ਦੀ ਜਨਰੇਸ਼ਨ ਬਾਏ ਜਨਰੇਸ਼ਨ 12 15 ਜਨਰੇਸ਼ਨਸ ਤੋਂ ਇਹੀ ਜ਼ਬਾਨ ਆ, ਜਿਨ੍ਹਾਂ ਦਾ ਖਾਣ ਪਾਣ ਰਹਿਣ ਸਹਿਣ ਹਰ ਚੀਜ਼ ਇਸੇ ਜ਼ਬਾਨ ਦੇ ਵਿੱਚ ਆ। ਜਦੋਂ ਉਹ ਲੋਕ ਆਪਣੇ ਪਰਿਵਾਰਾਂ 'ਚ ਆਲੇ ਦੁਆਲੇ ਵਿਚਰਦੇ ਨੇ, ਐਵੇਂ ਸਟ੍ਰੇਟ ਫਾਰਵਰਡ ਪਲੇਨ ਇੰਗਲਿਸ਼ ਨਹੀਂ ਬੋਲਦੇ। ਉਹ ਜੇ ਦੇਖੋਗੇ ਦੇ ਆਲਵੇਜ਼ ਟਾਕ ਇਨ ਈਡੀਅਮਸ, ਸਮ ਸੋਰਟ ਆਫ statements which are coming from generations in a way which we called, ਅਸੀਂ ਆਪਣੀ ਭਾਸ਼ਾ ਜਿਹਨੂੰ ਅਸੀਂ ਮੁਹਾਵਰੇ ਕਹਿੰਦੇ ਹਾਂ, ਲਕੋਪਤੀਆਂ ਕਹਿੰਦੇ ਹਾਂ, ਜਿਹਨਾਂ ਨੂੰ ਅਸੀਂ ਅਖਾਣ ਕਹਿੰਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ, ਫਰੇਜ਼ਸ, ਈਡੀਅਮ, ਇਹ ਸਾਰੇ ਈਡੀਅਮਸ ਇਹ ਸਾਰੇ ਯੂਜ਼ ਕੀਤੇ ਜਾਂਦੇ ਬਾਣੀ। ਅਤੇ ਜੇ ਆਪਾਂ ਪੋਇਟਿਕਸ ਸਾਈਡ 'ਤੇ ਚਲੇ ਜਾਈਏ, ਹਾਲਾਂਕਿ ਸਾਡਾ ਉਹਨਾਂ ਵਾਹ ਵਾਸਤਾ ਨਹੀਂ ਗਾ, ਨਾ ਉਹਨਾਂ ਦੇ ਫੋਕਲੋਰ ਦੇ ਨਾਲ, ਨਾ ਉਹਨਾਂ ਦੇ ਲੈਂਗੁਇਸਟਿਕ ਸਾਈਡ ਦੇ ਵਿੱਚ ਜਿਹੜੇ ਰਿਚ ਸੋਰਸਿਸ ਨੇ, ਪੋਇਟਰੀ ਵਗੈਰਾ ਸਾਰੀ। ਸਾਡੇ ਇੱਥੇ ਈਵਨ ਸੈਕਿੰਡ ਥਰਡ ਜਨਰੇਸ਼ਨ ਵਿੱਚ ਵੀ ਮੈਂ ਜਾ ਕੇ ਦੇਖਦਾ ਹਾਂ ਕਿ ਮੋਸਟਲੀ ਟੈਕਨੋਲੋਜੀ ਦੇ ਸਾਈਡ, ਮੈਡੀਕਲ ਸਾਈਡ, ਜਿਹੜੀਆਂ ਜੋਬ ਓਰੀਐਂਟਿਡ ਖਿੱਤੇਦਾਰੀਆਂ ਨੇ, ਉਹਨਾਂ 'ਚ ਅਸੀਂ ਜ਼ਿਆਦਾ ਫੋਕਸ ਰੱਖਦੇ ਹਾਂ। ਅਤੇ ਹੁੰਦਾ ਵੀ ਹੈ ਕਿਉਂਕਿ ਮੋਸਟਲੀ ਅਸੀਂ ਕੈਰੀਅਰ ਬਣਾਉਣ ਇੱਥੇ ਲੋਕ ਆਏ ਹਾਂ, ਸਰਮਾਇਆ ਕਮਾਉਣ, ਇਸ ਕਿਸਮ ਦੀ ਬਾਤ ਆ। ਰੁਜ਼ਗਾਰ ਮਸਟ ਆ ਸਾਡੇ ਵਾਸਤੇ। ਪਰ ਜੇ ਦੇਖਿਆ ਜਾਏ ਤਾਂ ਇਸ ਸਾਰੇ ਕਲਚਰ ਨੂੰ ਸਮਝਣ ਵਾਸਤੇ ਜਿਹੜੀ ਡੀਪ ਲੈਵਲ 'ਤੇ ਲਿਟਰੇਚਰ ਦੀ ਅੰਡਰਸਟੈਂਡਿੰਗ ਹੈ, ਉਹਦੇ ਬਾਬਤ ਅਸੀਂ ਬਹੁਤਾ ਫੋਕਸ ਨਹੀਂ ਕਰਦੇ, ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਵੀ ਨਹੀਂ ਕਰਦੀਆਂ। ਸੋ ਸਾਡੀ ਭਾਸ਼ਾ ਨਾਲ ਉਸ ਕਿਸਮ ਦੀ ਸਾਂਝ ਨਹੀਂ ਹੈ। ਹਾਂ, ਆਪਣੀ ਭਾਸ਼ਾ ਦੇ ਨਾਲ, ਕਿਉਂਕਿ ਇਹ ਮਾਂ ਦੇ ਦੁੱਧ ਨਾਲ ਖੁਰ ਕੇ ਸਾਡੇ ਅੰਦਰ ਗਈ, ਅਤੇ ਉਹਦੇ ਵਿੱਚ ਸਾਡੀ ਬੋਲਬਾਣੀ ਦਾ ਲਹਿਜਾ ਸਭ ਉਹਦੇ 'ਚ ਚੀਜ਼ਾਂ ਮੌਜੂਦ ਰਹੀਆਂ। ਸੋ ਸਾਨੂੰ ਉਹਦੇ ਬਾਬਤ ਕਾਫੀ ਅਜੇ ਵੀ ਉਹਦੀ ਕਹਿ ਲਓ ਕਿ ਜਾਣਕਾਰੀ ਹੈ, ਅਸੀਂ ਫੈਮਿਲੀਅਰ ਹੈਗੇ ਹਾਂ ਉਹਦੇ ਨਾਲ, ਭਾਵੇਂ ਉਸ ਲੈਵਲ 'ਤੇ ਨਾ ਵੀ ਹੋਈਏ। ਜੇ ਆ ਬਚਨ ਹੈ ਚਰਨ ਕਮਲ ਪ੍ਰਭ ਕੇ ਨਿਤ ਧਿਆਵੋ, ਜਿਹੜਾ ਸਿੰਪਲ ਪੰਜਾਬੀ ਪੜ੍ਹਨ ਸਮਝਣ ਵਾਲਾ ਬੰਦਾ ਆ, ਉਹ ਕਹੇਗਾ ਵੀ ਚਰਨ ਕਮਲ, ਪ੍ਰਭੂ ਦੇ ਚਰਨ 'ਤੇ ਉਹ ਵੀ ਕਮਲ ਵਰਗੇ, ਕੈਸੀ ਬਾਤ ਆ। ਇਹ ਮੈਟਾਫੋਰ ਆ। ਇਹਦੀ ਵਿਆਖਿਆ ਦੇ ਵਿੱਚ ਲੈ ਲਈਏ ਅਤੇ ਜਿਹੜਾ ਕਮਲ ਦਾ ਫੁੱਲ ਆ, ਇਹ ਅਧਿਆਤਮੀ ਦੁਨੀਆ ਦਾ ਬਹੁਤ ਐਂਸ਼ੀਅੰਟ ਟਾਈਮ ਤੋਂ ਇੱਕ ਸਿੰਬਲ ਰਿਹਾ ਹੈ, ਸਿੰਬੋਲਿਕ ਵੇ ਦੇ ਨਾਲ। ਆਪਾਂ ਦਰਬਾਰ ਸਾਹਿਬ ਦੀ ਇਮਾਰਤ ਦੇਖਦੇ ਹਾਂ, ਗੁਰੂ ਅਰਜਨ ਸਾਹਿਬ ਜੀ ਨੇ ਬਣਵਾਈ, ਗੁਰੂ ਰਾਮਦਾਸ ਸਾਹਿਬ ਨੇ ਅੰਮ੍ਰਿਤਸਰ ਨਗਰ ਦੀ ਸਥਾਪਨਾ ਕੀਤੀ। ਢਾਬ ਸੀਗੀ, ਢਾਬ ਦੇ ਆਲੇ ਦੁਆਲੇ ਧਰਮਸਾਲ ਸੀਗੀ, ਸਭ ਚੀਜ਼ਾਂ ਸੀਗੀਆਂ। ਪਰ ਗੁਰੂ ਅਰਜਨ ਸਾਹਿਬ ਨੇ ਇੱਕ ਮਰਕਜ਼ੀ ਸਥਾਨ ਬਣਾਉਣ ਦੀ ਬਾਤ ਕੀਤੀ। ਇਹ ਉਹ ਦੌਰ ਆ ਜਦੋਂ ਅਕਬਰ ਜਾ ਰਿਹਾ ਹੈ। ਅਕਬਰ ਨੇ ਬਹੁਤ ਮੁਗਲੀਆ ਹਕੂਮਤ ਨੂੰ ਬੜੇ ਸਟੈਬਲਿਸ਼ ਕੀਤਾ ਵੱਡੇ ਲੈਵਲ 'ਤੇ। ਉਸ ਤੋਂ ਬਾਅਦ ਜਹਾਂਗੀਰ ਦੀ ਆਮਦ ਹੋ ਰਹੀ ਹੈ ਬੜੀ ਜਲਦੀ। ਜਹਾਂਗੀਰ ਦਾ ਸਮਾਂ ਸ਼ੁਰੂਆਤ ਦੇ ਵਿੱਚ ਤਾਂ ਬੜਾ ਅਨਰੈਸਟ ਸਮਾਂ ਰਿਹਾ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ, ਸਭ ਚੀਜ਼ਾਂ ਹੋਈਆਂ। ਬਟ ਉਸ ਤੋਂ ਬਾਅਦ ਉਹ ਬਿਲਕੁਲ ਸਿਆਸਤ ਨੂੰ ਸੰਭਾਲਣ ਦੇ ਜਿਹੜਾ ਹੈਗਾ ਉਸ ਲੈਵਲ 'ਤੇ ਆ ਗਿਆ। ਦੈਨ ਉਸ ਤੋਂ ਨੈਕਸਟ ਜਿਹੜਾ ਚੈਪਟਰ ਹੈ ਉਹ ਸ਼ਾਹਜਹਾਂ ਦਾ ਹੁੰਦਾ। ਅਕਬਰ, ਜਹਾਂਗੀਰ ਅਤੇ ਸ਼ਾਹਜਹਾਂ, ਇਹ ਉਹ ਦੌਰ ਆ ਜਦੋਂ ਬਹੁਤ ਇਮਾਰਤ ਸਾਜੀ ਹੁੰਦੀ ਭਾਰਤੀ ਖਿੱਤੇ ਦੇ ਵਿੱਚ ਮੁਗਲੀਆ ਹੁਕਮਰਾਨਾਂ ਦੇ ਦੌਰਾਨ ਦੇ ਵਿੱਚ। ਆਗਰੇ ਜਿਵੇਂ ਫਤਿਹਪੁਰ ਸੀਕਰੀ ਵਾਲਾ ਗੇਟ ਬਣਦਾ ਆ। ਉਸ ਤੋਂ ਬਾਅਦ ਜਹਾਂਗੀਰ ਦੇ ਦੌਰ 'ਚ ਕੁਝ ਬਿਲਡਿੰਗਸ ਬਣਦੀਆਂ, ਸ਼ਾਹਜਹਾਂ ਫਿਰ ਤਾਜ ਮਹਿਲ ਬਣਵਾਉਂਦਾ। ਤਾਂ ਇਸ ਰੂਪ ਦੇ 'ਚ ਇਮਾਰਤ ਸਾਜੀ ਦਾ ਇੱਕ ਬੜਾ ਉਮਦਾ ਦੌਰ ਮੰਨਿਆ ਜਾਂਦਾ ਮੁਗਲੀਆ ਹੁਕਮਰਾਨਾਂ ਦੁਆਰਾ। ਗੁਰੂ ਸਾਹਿਬ ਉਸ ਸਮੇਂ ਇੱਕ ਇਮਾਰਤ ਬਣਾਉਣੀ ਚਾਹੁੰਦੇ ਜੋ ਕਿਸੇ ਇਮਾਰਤ ਦੀ ਕਾਪੀ ਨਾ ਹੋਏ ਅਤੇ ਕਿਸੇ ਹੋਰ ਇਮਾਰਤ ਦੇ ਨਾਲ ਉਹਦਾ ਕੋਈ ਦੂਰ ਤੱਕ ਦਾ ਵੀ ਵਾਹ ਵਾਸਤਾ ਨਾ ਹੋਏ, ਬਿਲਕੁਲ ਯੂਨੀਕ, ਜਿਵੇਂ ਸਿੱਖੀ ਯੂਨੀਕ ਹੈ। ਇਸ ਬਾਬਤ ਫਿਰ ਗੁਰੂ ਸਾਹਿਬ ਨੇ ਜੋ ਬਾਤ ਕੀਤੀ, ਕਿਹਾ ਅਸੀਂ ਜੋ ਇੱਥੇ ਅੰਮ੍ਰਿਤਸਰ ਸ਼ਹਿਰ ਦੇ ਦਰਮਿਆਨ ਢਾਬ ਹੈ, ਜੋ ਅਸੀਂ ਸਰੋਵਰ ਦੇਖਦੇ ਹਾਂ, ਇਹਦੇ ਵਿੱਚ ਇੱਕ ਬਿਲਡਿੰਗ ਉਸਾਰਾਂਗੇ। ਇਸ ਬਾਬਤ ਬੜੀ ਚਰਚਾ ਹੋਈ
उस चर्चा 'ਚ भी गल हुई कि गुरु साहब पानी ਦੇ ਵਿੱਚ जो कोई चीज़ बनाई जाएगी उसारी जाएगी तो उस सिल ਦੇ ਨਾਲ ਜਿਹੜਾ ਹੈਗਾ उसनूं डेफिनेटली सिल अपने आगोश च लएगी तो सिल आगोश च लएगी तो जिहड़ा मोइस्चर है नमी है वो अल्टीमेटली उस बिल्डिंग नूं लंबा समा नहीं रहन देगा, वो खराब हो जाएगा, बिल्डिंग जिहड़ी है खत्म हो जाएगी उस रूप में। तो गुरु साहब कहने लगे तो कोई तरीकेकार तो लभी जाए, क्योंकि आखिरकार ये तो बनानी तो है, पर महाराज पानी में ही क्यों बनानी है, बाहर भी तो बनाई जा सकती है। ये की है, ये उस ਸਿੰਬੋਲਿਕ चीज़ ਨੂੰ ਜ਼ਾਹਰਾ तौर पर ਅੱਖਾਂ ਦੇ ਚ बिल्कुल बंदे ਦੀਆਂ ਉਸਾਰਨਾ ਆ। जीवन कैसा होना चाहिए तेरा, जिन्होंने साहब ने कहा जैसे जल में कमल निरालम, गुरु नानक साहब का मुरगाई न साणे। जो जोगिया ने पूछया की कर रहे हो, असी लोग सब ग्रस्त त्याग के संसार छड़ के बच्चे सब मोह माया छड़ के इत्थे पहाड़ां च आके बैठे हाँ, रब रब कर रहे हैं, तुसीं सानू ही स्वीकार नहीं रहे, बल्कि तुहानू सानू तो प्रमोट करना चाहिए। संसार जाके रौला ही ये पाउणा चाहिए भी जोगियां तो वधिया तो बंदा ही कोई नहीं है। तुसीं बल्कि सानू कह रहे हो भी सिद्ध छुप बैठे परबती कौन जगत को पार उतारा, वो जोगी लोगो इत्थे कर दिओ, वापस चलो घरां। उत्थे जाके भुगत ज्ञान दया भंडारण, जिहड़ी ज्ञान की भुगत है तुहाडे कोल चूरमा आ, उसनूं दया की बिरती नाल संसार विच वंडो। बी कंपैशनेट, लोगों को एजुकेट करो, लोगों तो सोच ही नहीं रहेगी जीवन जीण की, समझ चाहिए है। वंडो जाके जो वाकई च ज्ञानी हो ते क्लेम कर दो कि सानू कुछ पता आ, तो पता दा पता है थोड़ा कि तुहाडे अंदर पिया आ, बाहर संसार का भला होएगा तां ही तो पता लगेगा। वो कहण लगे हद हो गई बाबा जी, की गल करदे हो, संसार ते माया दा असल च सर दा सारा एक छप्पड़ है, संसार ते एक माया दा पूरा जिन्हों क्या पंकज मोह, एक गाब आ पूरा पंकज गारा भरिया पिया मोह दा, उहदे च सानू ना लैके जा, उस गार च असीं नहीं जाना। बाबा जी कहंदे उस गार च जाना है। महाराज जे गार च जावांगे तो डुब जावांगे। पानी दे विच, पानी दा सुभाव है सब कासे नूं गाल देना, डुबो देना विच। ये माया भी, ये भवसागर ऐसा ही है। बाबा जी कहंदे ऐसा जाना है जैसे जल में कमल निरालम, जिवें कौल दा फुल पानी विच रहिंदा, पानी सब कासे नूं गालदा पर कौल दे पानी नूं, कौल दे फुल नूं प्रफुल्लित करदा। ये जिहड़ा भाव आ, ये बिल्कुल सीधे तौर ते महाराज ने क्या एक आम इंसान दी अखां च जाना चाहिए। ये संदेश वो इमारत देगी, सो कौल दे फुल की तरह खिड़ी हुई इमारत उस पानी की ढाब दे उसारी गुरु अर्जन साहब ने। मैं जिवें विनती की, क्या महाराज ये सारे दी सारी अपने विच पानी की सिल मोइस्चर जाके इमारत नहीं खड़ी रह सकेगी। क्या इहो जिहा समान तैयार करो, इहो जी ब्रिक तैयार की गई, इहो जे कैमीकल्स पा के, उस समय का चूना गच पा के, इहो जे टैक्नीक तैयार की गई कि जिहड़ा इत्थे साजो समान लाया जाए, इट्टां लाइयां जाण, इत्थे चूना लाया जाए, सब वो पानी नाल रजिस्ट करे, पानी अपने च अमाए ना। वैसे आम करके मैं विनती करा, तुसीं ध्यान नाल देखोगे क्या गुरु साहब ने उस वक्त समय दे विच बात की होनी है। आप जो उत्थे जाके अज भी देखो, साडे उत्थे जिहड़ी नॉर्मल ब्रिक बनती है तो तुसी देखा होएगा कि जिहड़ा इट मिट्टी की बनी हुई इट का सुभाव की है कि एक छोटा जिहा तुसी कोई भांडा लै लो, जिन्हों तसला बाटा छोटा जिहा कोई जिहड़ा हैगा बट्ठल, कोई चीज़ वक्रे वक्रे ना लोग लै सकते हैं, वो लैके उन्होंने अद्धा पानी का भर लो, उहदे च एक साबत इट सीधी रख दो, अद्धी पानी में डुब्बी होए अद्धी बाहर होए। देखियो 10-15-20 घंटिया तो बाद सारी इट गिली हो जाएगी, टोटल रखी तो अद्धी विच सीगी, अद्धी गिली होनी चाहिए पूरी, क्योंकि वह स्पंज की तरह काम करती है। फिर जो 2-3-4 दिन पई रहेगी, वो उपर तो पानी चोना शुरू हो जाएगा इस तरीके नाल, क्योंकि वह पानी अपने लगातार ग्रैब करेगी। इमारत बनाई गुरु अर्जन साहब ने सैकड़े वरियां तो अज भी खड़ी है उस रूप दे विच। हालांकि ओरिजिनल इमारत जिहड़ी सीगी वो उपरों हिस्सा जिहड़ा सीगा बारूद का पलीता लगा के अहमद शाह अब्दाली ने उड़ा दी सी जी सैकंड। फिर उस तो बाद इमारत उस सिख सरदारां के समय च बनी। फिर महाराजा रणजीत सिंह के समय दे विच उहदे उत्ते सोने का पत्रा लगा, पर जिहड़ियां नीआं ने बिल्कुल उही ने उस रूप दे विच, उन्हां ही नीआं ते उसरी है इमारत, अज भी वो कायम दायम है।
सो एक ऐसी टैक्नोलॉजी गुरु साहब ने उस वक्त जी है लियांदी, तो लियांदी इस करके ताकि मनुख नूं संदेश मिल सके जीवन कैसा होना चाहिए। घर बच्चे परिवार कंमकार कारोबार ये सब चीज़ां छड्ड के भगती नहीं हो सकती, विखावा हो सकता है। दिस इज़ ऑल जस्ट ए pretend work, not religious work. If anybody want to be spiritual or religious, then that individual has to fulfill worldly duties with ethics under the impression of principles and live his or her life according to dharam, which we called universal law. So that is religious actually ideology Baba Ji has given us as a gift. Here Guru Arjan Maharaj is saying, चरण कमल प्रभ के नित त्याऊं, मैं कौल दे फुल वर्गा जीवन जीना धरती ते। तो फिर मेरा आइडियल कौन होएगा? हरि दे कौल रूपी चरण ही मेरे आइडियल है। ये संसार है, इसनों एक ग्लैंस मारोगे इस तरीके नाल, इफ यू गोना जस्ट लुक टुवर्ड दिस वर्ल्ड, देन यू कैन ईजिली फाइंड आउट दैट दिस इज फुल विद greed, lust, anger, lot of hatred, a lot of jealousy. So this world is not ideal at all for us. How can we live in this world? किवें रह सकते हैं ਇਹਦੇ ਵਿੱਚ? ਇੰਨੇ ਗਾਰੇ ਇੰਨੇ ਗਾਬ ਦੇ ਵਿੱਚ ਰਹਿਣਾ ਕੋਈ ਸੌਖਾ ਕੰਮ ਆ ਨਾ। ਜੇ ਸੰਸਾਰ ਨੂੰ ਧਿਆਨ ਨਾਲ ਦੇਖੇਗਾ ਇਹਦੇ 'ਚ ਸ਼ੁਭ ਵੀ ਦਿਸੇਗਾ, ਇਹਦੇ 'ਚ ਚੰਗਿਆਈਆਂ ਵੀ ਦਿਸਣਗੀਆਂ, ਵਡਿਆਈਆਂ ਵੀ ਦਿਸਣਗੀਆਂ, ਔਗਣਾਂ ਦੇ ਮਾਰੇ ਹੋਏ ਲੋਕਾਂ 'ਚ ਵੀ ਗੁਣ ਦਿਸ ਜਾਏਗਾ ਤੁਹਾਨੂੰ। ਇਹ ਹੈ ਇਸ ਗਾਬ ਦੇ ਵਿੱਚ ਵੀ ਪ੍ਰਭੂ ਦੇ ਚਰਨਾਂ ਨੂੰ ਲੱਭਣਾ। ਮਨੁੱਖਤਾ ਇੱਥੋਂ ਹੀ ਲੱਭਦੀ ਹੈ, ਇੱਥੇ ਹੀ ਇਨਸਾਨੀਅਤ ਲੱਭਦੀ ਹੈ, ਇੱਥੇ ਹੀ ਚੰਗਿਆਈ ਅੱਛਾਈ ਦਾ ਬੀਜ ਵੀ ਕਿਤੇ ਨਾ ਕਿਤੇ ਲੱਭਦਾ ਹੈ। ਸਾਹਿਬ ਮਹਾਰਾਜ ਇੱਥੇ ਬਿਆਨ ਕਰਦੇ, ਚਰਨ ਕਮਲ ਪ੍ਰਭ ਕੇ ਨਿਤ ਧਿਆਉ। ਆਓ ਪ੍ਰਭੂ ਦੇ ਕੌਲ ਰੂਪੀ ਚਰਨਾਂ ਨੂੰ ਪਕੜੀਏ, ਗੁਣਾਂ ਦੇ ਗਾਹਕ ਬਣੀਏ, ਗੁਣਾਤਮਕ ਪੱਖ ਤੋਂ। ਤੇ ਸਿੱਖੀ ਦਾ ਤੇ ਮੋਟੋ ਹੀ ਮੈਂ ਕਹਿੰਦਾ ਹਮੇਸ਼ਾ ਇਹ ਹੈਗਾ, ਗੁਣਾ ਕਾ ਹੋਵੇ ਵਾਸੁਲਾ ਕਢਵਾਸ ਲਈ ਜੈ, ਜੇ ਗੁਣ ਹੋਵਨ ਸਾਜ ਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਹਿ ਕੇਰੀ, ਛੋੜ ਅਵਗੁਣ ਚੱਲੀਐ। ਜਿੱਥੇ ਗੁਣ ਦਿਸੇ ਉਹਦਾ ਗਾਹਕ ਬਣ ਜਾ, ਗੁਣ ਗ੍ਰਹਿਣ ਕਰ, ਔਗਣ ਨੂੰ ਸੁੱਟ ਪਾ ਦੇ, ਔਗਣ ਦਾ ਤਿਆਗ ਕਰ ਦੇ। ਜੇ ਜਸਟ ਵੀ ਗੋਨਾ ਪੇ ਅਟੈਂਸ਼ਨ ਟੂਵਰਡ ਜਸਟ demerits of others, demerits of the world, then definitely one day we're gonna be in the same position. ਸਾਡੇ ਅੰਦਰ ਵੀ ਉਹ ਸਾਰੀਆਂ ਚੀਜ਼ਾਂ ਰਿਫਲੈਕਟ ਕਰਨੀਆਂ ਸ਼ੁਰੂ ਕਰ ਦੇਣਗੀਆਂ। ਅੱਜ ਮਾਡਰਨ ਸਾਈਕੋਲੋਜੀ ਦੇ ਵਿੱਚ ਜਾਂ ਮਾਡਰਨ ਬਿਹੇਵੀਅਰਿਸਟ ਜਿਹੜੇ ਹੈਗੇ ਨੇ, ਦੇ ਆਰ ਆਲ ਟੀਚਿੰਗ ਦ ਸੇਮ ਸੋਰਟ ਆਫ ਮੈਸੇਜਸ। ਭਾਈ ਆਲੇ ਦੁਆਲੇ 'ਚ ਅੱਛਾਈ ਲੱਭ, ਚੰਗਿਆਈ ਲੱਭ, ਇਹਦੇ ਉੱਤੇ ਫੋਕਸ ਕਰ। ਬੁਰੇ ਨੂੰ ਘੱਟ ਅਟੈਂਡ ਕਰ, ਚੰਗੇ ਨੂੰ ਵੱਧ ਅਟੈਂਡ ਕਰ। ਹਾਲਾਂਕਿ ਸੰਸਾਰ ਐਸਾ ਆ, ਅੱਜ ਸੋਸ਼ਲ ਮੀਡੀਆ ਲੈ ਲਓ, ਕੋਈ ਚੀਜ਼ ਲੈ ਲਓ, ਜਿਹੜੀ ਚੀਜ਼ ਬੁਰੀ ਹੈ ਉਹ ਸਪਰੈਡ ਹੋ ਰਹੀ ਹੈ, ਜਿਹੜੀ ਚੀਜ਼ ਭਲੀ ਹੈ ਉਹਦਾ ਕੋਈ ਜ਼ਿਕਰ ਨਹੀਂ, ਕੋਈ ਚਰਚਾ ਨਹੀਂਗਾ। ਜਿਸ ਚੀਜ਼ ਦੇ ਵਿੱਚੋਂ ਕੁਝ ਨਾ ਕੁਝ ਕਮੀ ਖਾਮੀ ਦਿਸ ਰਹੀ ਹੈ ਉਹਦੇ 'ਤੇ ਬੰਦਾ ਐਮਫਸਾਈਜ਼ ਕਰ ਰਿਹਾ। ਭਾਵੇਂ ਇੰਟੈਂਸ਼ਨ ਅਵੇਅਰਨੈਸ ਦੀ ਹੋਏ, ਭਾਵੇਂ ਇੰਟੈਂਸ਼ਨ ਕਿਸੇ ਨੂੰ ਇਨਫੋਰਮ ਕਰਨ ਦੀ ਹੋਏ, ਪਰ ਲਿਟਰਲੀ ਹੋ ਕੀ ਰਿਹਾ? ਨਫ਼ਰਤ ਜਨਰੇਟ ਹੋ ਰਹੀ, ਈਰਖਾ ਜਨਰੇਟ ਹੋ ਰਹੀ, ਇੱਕ ਦੂਸਰੇ ਦੇ ਪ੍ਰਤੀ ਇੱਕ ਅਜੀਬ ਤਰ੍ਹਾਂ ਦੀ ਐਨੀਮਿਟੀ ਜਿਹੜੀ ਹੈ, ਉਸ ਚੀਜ਼ ਨੂੰ ਬੰਦਾ ਆਪਣੇ ਅੰਦਰ ਥਾਂ ਦੇ ਰਿਹਾ ਹੈਗਾ। ਮਹਾਰਾਜ ਬਿਆਨ ਕਰਦੇ, ਚਰਨ ਕਮਲ ਪ੍ਰਭ ਕੇ ਨਿਤ ਧਿਆਉ, ਮੈਂ ਪ੍ਰਭੂ ਦੇ ਕੌਲ ਰੂਪੀ ਚਰਨਾਂ ਦਾ ਆਸ਼ਕ ਹੋ ਗਿਆ ਹਾਂ, ਉਹਨਾਂ ਨੂੰ ਮੈਂ ਧਿਆਨ ਵਿੱਚ ਲੈਣ ਦਾ। ਹੁਣ ਮੈਂ ਪ੍ਰਭੂ ਦੀ ਬਣਾਈ ਹੋਈ ਸੰਸਾਰੀ ਦੁਨੀਆ ਦੇ, ਇਸੇ ਕਰਕੇ ਗੁਰੂ ਅਰਜਨ ਸਾਹਿਬ ਦੇ ਬਚਨ ਨੇ, ਸਭ ਕੋ ਮੀਤ ਹਮਾਪਨ ਕੀਨਾ। ਲੋਕੀ ਤੇ ਇੱਕ ਮਿੰਟ ਦੇ ਵਿੱਚ ਇੱਕ ਪਲ ਵੀ ਨਹੀਂ ਲਾਉਂਦੇ ਦੁਸ਼ਮਣ ਤੇ ਮਿੱਤਰ ਗਿਣਨ ਦੇ ਵਿੱਚ, ਵੱਖਰੇ ਕਰਨ ਦੇ ਵਿੱਚ। ਆਹ ਮੇਰੇ 4 ਮਿੱਤਰ ਨੇ, ਆਹ 50 ਮੇਰੇ ਦੁਸ਼ਮਣ ਨੇ, ਇਹਨਾਂ ਦੀ ਬਾਤ ਕਿਸੇ ਨੇ ਕੀਤੀ, ਆਈ ਵਿਲ ਬੀ ਦ ਐਨਮੀ ਆਫ ਆਲ ਆਫ ਯੂ, ਦੈਟਸ ਇਟ, ਕਲੀਅਰ। ਜਿੱਥੇ ਮਹਾਰਾਜ ਬਿਆਨ ਕਰਦੇ ਸਾਰੇ ਹੀ ਮਿੱਤਰ ਨੇ, ਕਿਹਨੂੰ ਦੁਸ਼ਮਣ ਕਹੀਏ? ਹਾਂ, ਕਿਸੇ ਦੀਆਂ ਕੁਝ ਆਦਤਾਂ ਮੈਨੂੰ ਚੰਗੀਆਂ ਨਾ ਲੱਗਦੀਆਂ ਹੋਣ, ਕਿਸੇ ਦੇ ਕੁਝ ਵਿਹਾਰਕ ਤਰੀਕੇਕਾਰਤਾ, some sort of behavior elements, they are not acceptable for me or for others. I'm not actually agree with them at all, but at the same time, due to that reason, should I actually have just hatred for everyone? No. Why? ਆਹ ਜਿਹੜੀ ਰੂਪਤਾ ਆ, ਇਸ ਨੂੰ ਧਰਮ ਕਿਹਾ ਗਿਆ ਆ। ਇੱਥੇ ਬਾਬਾ ਜੀ ਨੇ ਬਿਆਨ ਕੀਤਾ ਕਿ ਮੇਰੇ ਅੰਦਰ ਇਹ ਬਾਤ ਆ ਗਈ, ਚਰਨ ਕਮਲ ਪ੍ਰਭ ਕੇ ਨਿਤ ਧਿਆਉ, ਕਵਨ ਸੋ ਮਤ ਜਿਤ ਪ੍ਰੀਤਮ ਪਾਵੋ। ਪ੍ਰੀਤਮ ਜਿਹਦਾ ਪ੍ਰੀਤ ਦਾ ਸੋਰਸ ਹੈ ਸਭ ਤੋਂ ਵੱਡਾ, ਰੱਬ। ਕਿਹੜੀ ਮਤ ਪ੍ਰਾਪਤ ਕਰਾਂ ਜਿਹਦੇ ਨਾਲ ਉਹਦੇ ਤੱਕ ਸਾਂਝ ਬਣ ਸਕੇ? ਕਿਉਂਕਿ
ਮਾਤੀ ਸਾਨੂੰ ਕਿਤੇ ਲਿਜਾਂਦੀ ਹੈ ਤੇ ਮਾਤੀ ਸਾਨੂੰ ਕਿਤੇ ਜਾਣ ਤੋਂ ਰੋਕਦੀ ਹੈ। ਤੁਸੀਂ ਆਪਣੀ ਭਾਸ਼ਾਈ ਪੱਖ ਤੋਂ ਦੇਖੋਗੇ ਤੇ ਅਸੀਂ ਜਿਸ ਚੀਜ਼ ਨੂੰ ਨਾ ਅਪਣਾਉਣਾ ਹੋਵੇ ਉਹਨੂੰ ਵੀ ਕਹਿੰਦੇ ਆ ਮਤ ਕਰ। ਮੀਨ ਉਹਦੇ ਵਾਲੇ ਪਾਸੇ ਆਪਣੀ ਮਤ ਲੈ ਕੇ ਨਾ ਜਾ, ਉਸ ਨੂੰ ਹੋੜ ਲੈ ਉਹਦੇ ਤੋਂ। ਜਿਸ ਨੂੰ ਕਰਨਾ ਹੋਏ ਉਹਦੇ 'ਚ ਅਸੀਂ ਕਹਿੰਦੇ ਆਪਣੀ ਮਤ ਲਾ ਦੇ। ਭਾਵ ਇਹੀ ਚੀਜ਼ ਸਾਨੂੰ ਹਰਡਲ ਦੇ ਤੌਰ ਤੇ ਕੰਮ ਕਰ ਸਕਦੀ, ਇਹੀ ਚੀਜ਼ ਸਾਨੂੰ ਬ੍ਰਿਜ ਦੇ ਤੌਰ ਤੇ ਕੰਮ ਕਰ ਸਕਦੀ। ਕਿੱਥੋਂ ਇਹੋ ਜਿਹੀ ਮਤ ਲਵਾਂ ਜਿਹਦੇ ਨਾਲ ਮੈਂ ਪ੍ਰੀਤਮ ਨੂੰ ਪਾ ਲਵਾਂ। ਭਾਵ ਇਹ ਐਂਡ ਆਫ ਦਾ ਡੇ ਸਾਨੂੰ ਸੋਝੀ ਚਾਹੀਦੀ ਹੈ, ਸਾਨੂੰ ਇਹੋ ਜਿਹੇ ਖਿਆਲ, ਇਹੋ ਜਿਹੀ ਅਕਲ ਚਾਹੀਦੀ ਹੈ ਜਿਹੜੀ ਸਾਨੂੰ ਕਰਤਾਰ ਨਾਲ ਜੋੜ ਦੇ। ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਇਹੀ ਗੁਰੂ ਦੀ ਵਿਜ਼ਡਮ, ਗੁਰੂ ਦੀ ਮੱਤ, ਗੁਰਮੱਤ, wisdom of Guru, we are grabbing, we are asking, we are actually praying for that। ਮਹਾਰਾਜ ਕਹਿੰਦੇ ਕਵਨ ਸੋ ਮਤ, ਮੈਂ ਕਿਹੜੀ ਮਤ ਲਵਾਂ ਜਿਤ ਪ੍ਰੀਤਮ ਪਾਉਂ, ਜਿਹਦੇ ਨਾਲ ਮੇਰੀ ਪ੍ਰੀਤਮ ਨਾਲ, ਸੱਚੇ ਪਿਆਰ ਦੇ ਸੋਮੇ ਰੱਬ ਨਾਲ ਸਾਂਝ ਪਾਣਾ ਆਵੇ। ਇਹ ਰਹਾਉ ਦਾ ਪਤਾ ਹੈ। ਸ਼ੁਰੂਆਤੀ ਬੰਦਾ ਕਵਨ ਪਤਾ ਹੈ, ਕਵਨ ਸੰਜੋਗ ਮਿਲੋਂ ਪ੍ਰਭੇ ਆਪਣੇ। ਕਿਹੜਾ ਸੰਜੋਗ ਹੋਏ। ਸੰਜੋਗ ਵੈਸੇ ਹੁੰਦੇ ਨੇ ਸਰਕਮਸਟੈਂਸਸ, ਹਾਲਾਤ। ਸਰਕਮਸਟੈਂਸਸ ਹੀ ਨੇ ਜਿਹੜੇ ਸਾਨੂੰ ਕਿਸੇ ਸਿਚੁਏਸ਼ਨ ਵਿੱਚ, ਕਿਸੇ ਜਗ੍ਹਾ ਦੇ ਉੱਤੇ ਚੀਜ਼ਾਂ ਨੂੰ ਹੋਣ ਦੇ ਵਿੱਚ ਸਮਰੱਥ ਬਣਾ ਦਿੰਦੇ। ਜਿਵੇਂ ਸੰਜੋਗ ਦਾ ਹੋਰ ਲੈਵਲ ਵੀ ਲੈ ਲਈਏ, ਰੁੱਤ ਵੀ ਸੰਜੋਗ ਹੈ, ਸੀਜ਼ਨ ਵੀ ਸੰਜੋਗ ਆ। ਆਪ ਦੇਖੋਗੇ ਮਿੱਟੀ ਵਿੱਚ ਤਾਕਤ ਹੈ ਕਿਸੇ ਚੀਜ਼ ਨੂੰ ਉਗਾਉਣ ਦੀ, ਬੀਜ ਵਿੱਚ ਤਾਕਤ ਹੈ ਉਗ ਸਕਣ ਦੀ, ਪਰ ਦੋਨੋਂ ਹੋਣ ਪਰ ਸੰਜੋਗ ਨਾ ਬਣੇ। ਮੇਨ ਸੀਜ਼ਨ ਨਾ ਆਵੇ, ਰੁੱਤ ਨਾ ਆਵੇ, ਨਹੀਂ ਹੋਏਗਾ। ਜੇ ਰੁੱਤ ਆਵੇ ਤੇ ਫਿਰ ਭਾਵੇਂ ਮਿੱਟੀ 'ਚ ਤਾਕਤ ਘੱਟ ਵੀ ਹੋਏ, ਬੀਜ 'ਚ ਭਾਵੇਂ ਮਾੜੀ ਜਿਹੀ ਵੀ ਕਿਤੇ ਉਹ ਜੀਵਨ ਦੇਣ ਦੀ ਸਮਰੱਥਾ ਹੋਏ, ਉਹ ਬੀਜ ਮਿੱਟੀ ਨਾਲ ਲੱਗ ਕੇ ਆਪਣੀ ਹੋਂਦ ਵਿਖਾ ਦਿੰਦਾ ਆ। ਇਨ ਬਿਨ ਜਿਹੜੇ ਖਾਸ ਕਰਕੇ ਵਿਚਾਰ ਨੇ, ਪਹਿਲਾਂ ਮਤ ਦੀ ਗੱਲ ਕੀਤੀ ਹੈ। ਮਤ ਸਿੱਧੇ ਤੌਰ ਤੇ ਵਿਚਾਰਾਂ ਦੇ ਰੂਪ ਵਿੱਚ ਆਉਂਦੀ ਹੈ। ਤੇ ਜੇ ਵਿਚਾਰ ਚੰਗੇ ਵੀ ਹੋਣ ਪਰ ਸੰਜੋਗ ਹੀ ਨਾ ਬਣੇ, ਸਰਕਮਸਟੈਂਸਸ ਹੀ ਨਾ ਬਣ, ਹਾਲਾਤ ਹੀ ਨਾ ਬਣ, ਬੰਦਾ ਇਸ ਤਰੀਕੇ ਦੇ ਨਾਲ ਸੰਸਾਰ ਦੇ ਵਿੱਚ ਰਹੇ ਕਿ ਉਸਨੂੰ ਮੌਕਾ ਹੀ ਨਾ ਬਣੇ ਕਿਸੇ ਚੀਜ਼ ਨੂੰ ਉਸ ਲੈਵਲ ਤੇ ਐਕਸਰਸਾਈਜ਼ ਕਰਨ ਦਾ। ਗੁਰੂ ਸਾਹਿਬ ਕਹਿੰਦੇ ਮੈਂ ਮੰਗ ਵੀ ਕਰਦਾ, ਕਵਨ ਸੰਜੋਗ, ਕਿਹੜਾ ਇਹੋ ਜਿਹਾ ਸੰਜੋਗ ਬਣੇ, ਇਹੋ ਜਿਹੇ ਸਰਕਮਸਟੈਂਸ ਹਾਲਾਤ ਬਣਨ, ਮਿਲੋਂ ਪ੍ਰਭ ਆਪਣੇ, ਹੇ ਆਪਣੇ ਮੇਰੇ ਪ੍ਰਭੂ, ਮੈਂ ਤੈਨੂੰ ਮਿਲਾਪ ਵਿੱਚ ਲਿਆ ਸਕਾਂ। ਪਲ ਪਲ ਨਿਮਕ ਸਦਾ ਹਰ ਜਪਨੇ। ਪਲ ਪਲ ਨਿਮਕ, ਹਰ ਵਕਤ ਕੋਈ ਵੀ ਐਸਾ ਟਾਈਮ ਸਮਾਂ ਨਾ ਹੋਏ ਜਦੋਂ ਮੈਂ ਤੇਰੀ ਆਰਾਧਨਾ, ਤੈਨੂੰ ਜਪਣ ਤੋਂ ਦੂਰ ਚਲਾ ਜਾਵਾਂ। ਸਪੋਜ਼ ਇਸ ਤਰ੍ਹਾਂ ਜਾਣੋ, ਕੁਛ ਚੀਜ਼ਾਂ ਗੁਰੂ ਸਾਹਿਬ ਨੇ ਲਿਟਰਲੀ ਤੌਰ ਤੇ ਕਿਹਾ ਵੀ ਹੈ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ। ਹੁਣ ਆਪਾਂ ਦੇਖੀਏ, ਜਿਵੇਂ ਲਗਾਤਾਰ ਖੂਨ ਦੀ ਚਾਪ ਚੱਲ ਰਹੀ ਹੈ ਸਾਡੇ ਅੰਦਰ, ਸਾਡਾ ਹਾਰਟ, ਖੂਨ ਜਿਹੜਾ ਹੈਗਾ ਸਾਡਾ ਬਲੱਡ ਪੰਪ ਕਰ ਰਿਹਾ ਹੈਗਾ, ਲਗਾਤਾਰ ਸਾਹ ਆ ਰਿਹਾ, ਆਕਸੀਜਨ ਆ ਰਹੀ ਹੈ ਸਾਨੂੰ, ਲਗਾਤਾਰ ਲਾਈਫ ਜਿਹੜੀ ਹੈ ਇਹ ਕਟਤ ਹੋ ਰਹੀ, ਇਟਸ ਹੈਪਨਿੰਗ ਟੂ ਅਸ। ਇਨ ਬਿਨ ਰਿਸ਼ਤੇ ਨਾਤੇ ਸੰਬੰਧ ਇਸੇ ਤਰ੍ਹਾਂ ਹੀ ਪ੍ਰਫੁੱਲਤ ਹੁੰਦੇ ਨੇ। ਜੇ ਉਹਨਾਂ ਦੇ ਵਿੱਚ ਤੁਸੀਂ ਇਸੇ ਰੂਪ ਦੇ ਵਿੱਚ ਆਪਣੇ ਸੋਚ ਲਾਓ, ਆਪਣੀ ਵਿਚਾਰ ਲਾਓ, ਆਪਣੀ ਕਸ਼ਿਸ਼ ਲਾਓ, ਉਹ ਪਨਪੇਗੀ। ਤੇ ਜੇ ਥੋੜ੍ਹੇ ਬਹੁਤ, ਜਿਵੇਂ ਹੁਣ ਸਪੋਜ਼ ਕਰੋ ਘਰਾਂ 'ਚ ਬੱਚੇ ਨੇ, ਭੈਣ ਭਰਾਵਾਂ ਦੇ ਰਿਸ਼ਤੇ ਨੇ, either they are our siblings or offsprings. If we really want to enjoy it, if we really want to see some sort of results, then we totally dedicate our time toward them. Then we can see results. Then we can actually enjoy some sort of, you can say, proper relationship there. Otherwise, ਉੱਥੇ just ਜਿਵੇਂ ਇੱਕ ਹੁਣ ਮਤਲਬ ਅਸੀਂ ਕਿਸੇ ਜਿਹਨੂੰ ਕਹਿ ਲਓ ਕਿ ਜਿਹੜਾ ਸਾਡੇ ਵਾਸਤੇ ਕੋਈ ਅਜਨਬੀ ਹੈਗਾ ਆ, ਜਿਹੜਾ ਕੋਈ ਸਾਡੇ ਵਾਸਤੇ ਇੱਕ ਬਾਹਰਲਾ ਬੰਦਾ ਹੈਗਾ ਆ, ਉਸ ਦੇ ਨਾਲ ਉਸਦੇ ਵਰਗੀ ਰਿਲੇਸ਼ਨਸ਼ਿਪ ਹੋਏਗੀ। ਤੇ ਕਈਆਂ ਥਾਵਾਂ ਤੇ ਹੁੰਦੀ ਵੀ ਇਸ ਰੂਪ ਵਿੱਚ। ਇੱਥੇ ਸਾਹਿਬ ਨੇ ਕਿਹਾ ਜੇ ਰੱਬ ਜੀ ਨਾਲ ਆਪਣਤ ਦਾ ਸਾਂਝ ਬਣਾਉਣੀ ਹੈ, ਫਿਰ ਪਲ ਪਲ ਨਿਮਕ ਸਦਾ ਹਰ ਜਪਨੇ। ਫਿਰ ਅੰਤਲੀਆਂ ਲਾਈਨਾਂ ਨੇ, ਐਸੀ ਕਿਰਪਾ ਕਰੋ ਪ੍ਰਭ ਮੇਰੇ, ਹੇ ਪ੍ਰਭੂ, ਹੇ ਮੇਰੀ ਦਾਤਾਰ ਸਤਿਗੁਰੂ, ਮੇਰੇ ਤੇ ਐਸਾ ਤਰਸ ਕਰ, ਹਰ ਨਾਨਕ ਬਿਸਰ ਨਾ ਕਾਹੂੰ ਬੇਰੇ। ਬੇਰੇ ਦਾ ਮਤਲਬ ਵੇਲਾ, ਵਕਤ। ਮੈਨੂੰ ਕਦੀ ਵੀ ਤੂੰ ਵਿਸਰੇ ਨਾ,
ਤੇ ਇਹ ਮੰਗ ਵਾਰ-ਵਾਰ ਬਾਣੀ ਚਾਹੁੰਦੀ ਹੈ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ। ਇਹ ਵਿਸਰ ਨਾਹੀਂ ਕਹੂੰ ਬੇਰੇ, ਮੈਨੂੰ ਕੋਈ ਵਕਤ ਐਸਾ ਨਾ ਹੋ ਜਿਸ ਦਿਨ ਮੈਂ ਤੈਨੂੰ ਵਿਸਰ ਜਾਵਾਂ ਜਾਂ ਤੇਰੀ ਨਵਾਜਿਸ਼ ਤੋਂ ਮੈਂ ਦੂਰ ਚਲਾ ਜਾਵਾਂ। ਸਾਹਿਬ ਰਹਿਮਤ ਕਰਨ, ਅਸੀਂ ਵੀ ਹਰੀ ਦੇ ਗੁਰੂ ਦੇ ਚਰਨ ਪਕੜੀਏ, ਜੀਵਨ ਦੇ ਵਿੱਚ ਸੁਧਾਰਵਾਦੀ ਹੋ ਕੇ ਜੀਵਨ ਦਾ ਸੁਧਾਰ ਕਰਨ ਲਈ ਗੁਰੂ ਸ਼ਬਦ ਦੀ ਜਿਹੜੀ ਹੈ ਛਤਰ ਛਾਇਆ ਹਟਾਈਏ। ਇੱਕ ਵਾਰ ਫਿਰ ਨਵੰਬਰ 1984 ਦੇ ਉਸ ਕਤਲੇਆਮ ਦੀ ਜਿਹੜੀ ਹੈਗੀ ਹੈ ਉਸ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਆਪਣੇ ਕਮਿਊਨਿਟੀ ਮੈਂਬਰਸ ਨੂੰ ਅਕੀਦਤ ਦੇ ਫੁੱਲ ਅਦਾ ਕਰਦੇ ਹਾਂ। ਇੱਥੇ ਹੀ ਸਮਾਪਤੀ ਕਰੀਏ, ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।